Hello everyone. ਅੱਜ ਦੇ ਵੀਡੀਓ ਦੇ ਸੈਸ਼ਨ ਦੇ ਵਿੱਚ we'll discuss about ਜਿਹੜਾ 189 ਦਾ ਇਨਵੀਟੇਸ਼ਨ ਰਾਉਂਡ ਆਇਆ ਜਿਹੜਾ ਕੱਲ ਉਹਦੇ ਵਿੱਚ ਡਿਸਕਸ ਕਰਦੇ ਆ ਕਿਹੜੇ ਆਕੂਪੇਸ਼ਨਸ ਨੂੰ ਇਨਵੀਟੇਸ਼ਨਸ ਆਇਆ ਕੀ ਕੱਟ ਆਫ ਪੁਆਇੰਟ ਗਿਆ ਤੇ ਜਿਨ੍ਹਾਂ ਨੂੰ ਇਨਵਾਈਟ ਨਹੀਂ ਆਇਆ ਕਦੋਂ ਨੈਕਸਟ ਇਨਵੀਟੇਸ਼ਨ ਰਾਉਂਡ ਦੀ ਆਸ ਆ ਐਂਡ ਸੈਕੰਡਲੀ ਆਪਾਂ ਉਹਦੇ ਵਿੱਚ ਡਿਸਕਸ ਕਰਦੇ ਆ ਜਿਹੜੀ ਅੱਜ ਬਹੁਤ ਹੀ ਜ਼ਰੂਰੀ ਇਮੀਗ੍ਰੇਸ਼ਨ ਮਿਨਿਸਟਰ ਦੀ ਮੀਟਿੰਗ ਹੈ ਵਿਦ ਦਾ ਸਟੇਟਸ ਐਂਡ ਟੈਰੀਟਰੀਜ਼ ਹੈਡ ਦੇ ਨਾਲ ਕੀ ਉਹਨਾਂ ਦੀ ਲੌਂਗ ਟਰਮ ਪਲੈਨਿੰਗ ਆ ਉਹਦੇ ਬਾਰੇ ਥੋੜਾ ਜਿਹਾ ਡਿਸਕਸ ਕਰਦੇ ਆ ਐਂਡ ਮੋਰ ਓਵਰ ਲਾਸਟ ਈਅਰ ਦੇ ਵਿੱਚ ਜਿਹੜੇ ਰਾਉਂਡਸ ਇਨਵੀਟੇਸ਼ਨ 189 ਦੇ ਆਇਆ ਉਹਨੂੰ ਥੋੜਾ ਬਰੀਫਲੀ ਬ੍ਰੇਕ ਡਾਊਨ ਕਰਦੇ ਆ ਸੋ ਦੈਟ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਕਿ ਅੱਗੇ ਸਾਨੂੰ ਆਉਣ ਦੀ ਉਮੀਦ ਕੀ ਆ ਅਸੀਂ ਕਿੱਥੇ ਸਟੈਂਡ ਕਰਦੇ ਆ ਕੀ ਆਪਸ਼ਨ ਸਾਨੂੰ ਲੈ ਕੇ ਚੱਲਣੀਆਂ ਚਾਹੀਦੀਆਂ ਸੋ ਇੱਕ ਕਾਈਂਡ ਆਫ ਅ ਮਿਡ ਰਿਵਿਊ ਹੋਊਗਾ ਜਿਹੜਾ ਤੁਹਾਨੂੰ ਬਹੁਤ ਵਧੀਆ ਐਨਾਲਿਸਿਸ ਦੇ ਦੂਗਾ ਸੋ ਦੈਟ ਤੁਸੀਂ ਆਪਣਾ ਅੱਗੇ ਦਾ ਪਾਥਵੇ ਉਸ ਹਿਸਾਬ ਨਾਲ ਪਲਾਨ ਆਊਟ ਕਰ ਸਕੋਗੇ ਸੋ ਜੇ ਤੁਹਾਡੇ ਟੌਪਿਕਸ ਇਹਨਾਂ ਚੀਜ਼ਾਂ ਦਾ ਰਿਲੇਟਡ ਹੈ ਬਿਕੋਜ਼ ਇਹ ਸਭ ਲਈ ਇੰਪੋਰਟੈਂਟ ਹੈ ਆਈ ਥਿੰਕ ਜੇ ਤੁਸੀਂ ਪੜ੍ਹ ਰਹੇ ਹੋ ਤੁਹਾਡੇ ਲਈ ਤੇ ਬਹੁਤ ਹੀ ਇੰਪੋਰਟੈਂਟ ਹੈ ਬਟ ਜੇ ਤੁਸੀਂ 485 ਵੀਜ਼ਾ ਹੋਲਡ ਕਰ ਰਹੇ ਹੋ ਜਾਂ ਕੰਸੀਡਰਿੰਗ ਟੂ ਅਪਲਾਈ ਫॉर ਪੀਆਰ ਤੇ ਇਹ ਸਾਰਿਆਂ ਲਈ ਹੀ ਬਹੁਤ ਇੰਪੋਰਟੈਂਟ ਸੈਸ਼ਨ ਹੋਊਗਾ ਸੋ ਦੈਟ ਤੁਹਾਨੂੰ ਇੱਕ ਓਵਰਵਿਊ ਜਿਹਾ ਲੱਗ ਜਾਊਗਾ ਕਿ ਵਟ ਗਵਰਨਮੈਂਟ ਇਸ ਇਹਨਾਂ ਦਾ ਕੀ ਏਮ ਆ ਸੋ ਮੈਂ ਕੋਸ਼ਿਸ਼ ਕਰੂੰਗਾ ਸਾਰਾ ਸੈਸ਼ਨ ਪੰਜਾਬੀ ਦੇ ਵਿੱਚ ਕਰੀਏ ਸੋ ਇਨ ਕੇਸ ਤਾਂ ਕਿ ਜਿਹੜੇ ਭੈਣ ਭਰਾਵਾਂ ਨੂੰ ਸਭ ਨੂੰ ਥੋੜੀ ਜ਼ਿਆਦਾ ਕਲੈਰਿਟੀ ਨਾਲ ਸਮਝ ਆਵੇ ਕਿਉਂਕਿ we would discuss ਕਿ ਜਿਹੜੇ ਪੁਆਇੰਟਸ ਆ ਉਹ ਗਵਰਨਮੈਂਟ ਕਿਹਨਾਂ ਨੂੰ ਏਮ ਕਰਨ ਦੀ ਆ ਸੋ ਵੀ ਹੈਵ ਇਹਨਾਂ ਦਾ ਬ੍ਰੇਕਡਾਊਨ ਇੱਥੇ ਚਾਰਟ ਤੇ ਕੀਤਾ ਹੋਇਆ ਸੋ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹੂੰਗਾ ਕੰਗ੍ਰੈਚੁਲੇਟ ਕਰਦਾ ਹਾਂ ਜਿਨ੍ਹਾਂ ਨੂੰ ਕੱਲ 189 ਦੇ ਇਨਵੀਟੇਸ਼ਨਸ ਆਏ ਆ ਸੋ ਇਟਸ ਬੇਸਿਕਲੀ ਇਹ ਜਿਹੜਾ ਰਾਉਂਡ ਸੀ ਲੌਂਗ ਅਵੇਟਡ ਸੀ ਕਾਫੀ ਦੇਰ ਤੋਂ ਸਾਰੇ ਜਾਣੇ ਇਸ ਰਾਉਂਡ ਦੀ ਵੇਟ ਕਰ ਰਹੇ ਸੀ ਬਟ ਜਿਹੜਾ ਰਾਉਂਡ ਆਇਆ ਉਹ ਮੇਨਲੀ ਹੈਲਥ ਸੈਕਟਰ ਦੇ ਰਿਲੇਟਡ ਹੀ ਆਇਆ ਜਿਹਦੇ ਵਿੱਚ ਨਰਸਿਸ ਨੂੰ ਆਇਆ then speech pathologists, lab scientists, social workers. So ਉਹੀ occupations or teachers. So mainly ਉਹਨਾਂ ਹੀ occupations ਤੇ focus ਕੀਤਾ ਗਿਆ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਲੋਡ ਆ ਜਿਹਦੇ ਵਿੱਚ ਇੰਡਸਟਰੀ 'ਚ ਤੁਹਾਨੂੰ ਸਿੱਧਾ ਵਰਕਫੋਰਸ ਮਿਲ ਨਹੀਂ ਜਾਂਦੀ ਉਹਦੇ ਲਈ ਯੂ ਹੈਵ ਟੂ ਸਟੱਡੀ ਜਾਂ ਕੁਝ ਤੁਹਾਨੂੰ obtain ਲਾਇਸੈਂਸਿੰਗ ਇਨਵੋਲਡ ਆ ਸੋ ਉਹਨਾਂ ਨੂੰ ਡਿਪਾਰਟਮੈਂਟ ਨੂੰ ਇੱਥੇ ਲੌਂਗ ਟਰਮ ਲੋਡ ਆ ਸੋ ਉਹਨਾਂ ਜਾਣਿਆਂ ਨੂੰ ਇਹਨਾਂ ਨੇ ਇਨਵਾਈਟ ਕੀਤਾ ਹੈ ਜਿਹੜਾ ਕੱਲ ਦਾ ਰਾਉਂਡ ਆਇਆ ਮੇਨਲੀ ਉਹਨਾਂ ਤੇ ਹੀ ਫੋਕਸ ਕੀਤਾ ਗਿਆ ਆ ਸੋ ਮੇਨਲੀ ਜਿਹੜਾ ਕੱਟ ਆਫ ਗਿਆ ਜਿਹੜਾ ਪਾਸਿੰਗ ਮਾਰਕਸ ਉਹ 65 ਆ 189 ਰਾਉਂਡ ਲਈ ਤੇ ਜਿਹੜੇ ਆਕੂਪੇਸ਼ਨ ਨਰਸਿਸ ਵਗੈਰਾ ਉਹਨਾਂ ਦੇ ਵਿੱਚ ਲੋ 65 ਹੈ ਤੇ ਉਹਨਾਂ ਨੂੰ 65 ਪੁਆਇੰਟਸ ਦੇ ਹੀ ਕੱਟ ਆਫ ਦੇ ਇਨਵਾਈਟਸ ਆਏ ਨੇ ਇਹਦੇ ਵਿੱਚ ਆਫਸ਼ੋਰ ਵੀ ਆਏ ਨੇ ਔਨਸ਼ੋਰ ਜਿਹੜੇ ਇੱਥੇ ਰਹਿ ਰਹੇ ਨੇ ਆਫਸ਼ੋਰ ਜਿਹੜੇ ਆਊਟਸਾਈਡ ਕੰਟਰੀ ਸੋ ਇਹ ਇਨਫੋਰਮੇਸ਼ਨ ਅਜੇ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਆਫੀਸ਼ੀਅਲੀ ਨਹੀਂ ਕੋਈ ਰਿਲੀਜ਼ ਬਟ ਜਿਹੜਾ ਡਾਟਾ ਬਾਕੀ ਕੋਲੀਗਸ ਸ਼ੇਅਰ ਕਰਦੇ ਉਹਦੇ ਬੇਸਿਸ ਤੇ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਬਟ ਜਿਹੜੀ ਅੱਜ ਸਭ ਤੋਂ ਇੰਪੋਰਟੈਂਟ ਆ ਜਿਹੜਾ ਕਿ ਹੁਣ ਨੈਕਸਟ ਇਨਵੀਟੇਸ਼ਨ ਰਾਉਂਡ ਆਊਗਾ ਉਹਦੇ ਵਿੱਚ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹਨੂੰ ਥੋੜਾ ਜਿਹਾ ਸਮਝਦੇ ਹਾਂ ਤਾਂ ਕਿ ਆਪਾਂ ਨੂੰ ਉਸ ਚੀਜ਼ ਦੀ ਕਲੈਰਿਟੀ ਹੋਵੇ ਮੈਂ ਮਾਈਟ ਬੀ ਫਰੇਮ ਤੋਂ ਬਾਹਰ ਜਾ ਸਕਦਾ ਬਟ ਆਲ ਕੁਇਕਲੀ ਕਵਰ ਸੋ ਜੇ ਆਪਾਂ ਇਹ ਲਾਸਟ ਈਅਰ ਦਾ ਫਾਈਨੈਂਸ਼ੀਅਲ ਈਅਰ ਦਾ ਰਿਕਾਰਡ ਹੈ 22-23 ਜਿਹਦੇ ਵਿੱਚ ਆਪਾਂ ਦੋ ਵੀਜ਼ਾਸ ਵੇਖਾਂਗੇ 189 ਤੇ 491 ਜਿਹੜਾ 491 ਆ ਇਹ ਸਪੈਸੀਫਿਕਲੀ ਫੈਮਿਲੀ ਸਪਾਂਸਰਡ ਆ ਸੋ ਆਲ ਰਾਈਟ ਫੈਮਿਲੀ ਸਪਾਂਸਰਡ ਸੋ ਫੈਮਿਲੀ ਸਪਾਂਸਰਡ ਦੇ ਵਿੱਚ ਜੇ ਲਾਸਟ ਈਅਰ ਦੇ ਆਪਾਂ ਵੇਖਾਂਗੇ ਤੇ ਇਸ ਟਾਈਮ ਤੱਕ I'll put it line over here ਅਗਸਤ ਦੇ ਵਿੱਚ 12,200 ਦੇ ਕੋਲ ਇਨਵਾਈਟਸ ਆਏ ਸੀ ਅਕਤੂਬਰ ਦੇ ਵਿੱਚ ਮਹੀਨਾ ਛੱਡ ਕੇ ਅਗੇਨ ਆਲਮੋਸਟ 12,000 ਦੇ ਕੋਲ ਇਨਵਾਈਟ ਆਏ ਤੇ ਜਿਹੜਾ ਸਭ ਤੋਂ ਬਿਗੇਸਟ ਰਾਉਂਡ ਸੀ ਲਾਸਟ ਈਅਰ ਦਾ ਉਹਦੇ ਵਿੱਚ ਅਰਾਊਂਡ 35,000 ਆਏ ਸੀ ਤੇ ਇਹਦੇ ਵਿੱਚ ਰਾਉਂਡ ਦੇ ਵਿੱਚ ਜਿਹਦੇ ਵਿੱਚ ਆਪਾਂ ਲੈ ਕੇ ਚੱਲ ਰਹੇ ਸੀ ਕਿ ਆਲਮੋਸਟ ਚਾਹੇ ਉਹ ਸ਼ੈਫ ਸੀ ਚਾਹੇ ਕੋਈ ਮੋਟਰ ਮਕੈਨਿਕ ਕਾਰਪੈਂਟਰ ਮੋਸਟ ਆਫ ਦੇ ਟ੍ਰੇਡਸ ਜਾਂ ਨਰਸਿਸ ਸਾਰੇ ਆਕੂਪੇਸ਼ਨਸ ਨੂੰ ਜਿਨ੍ਹਾਂ ਨੇ 189 ਲਈ ਆਪਣਾ ਇੰਟਰਸਟ ਐਕਸਪ੍ਰੈਸ ਕੀਤਾ ਸੀ ਉਹਨਾਂ ਨੂੰ ਇਨਵਾਈਟ ਆਏ ਸੀ ਇਹਦੇ ਵਿੱਚ ਬਹੁਤ ਜ਼ਿਆਦਾ ਈਵਨ ਲੋਐਸਟ ਪੁਆਇੰਟ ਸੀ ਇਸ ਰਾਉਂਡ ਦਾ ਧਿਆਨ 'ਚ ਰੱਖਦੇ ਹੋਏ ਸਭ ਨੂੰ ਬਹੁਤ ਆਸ ਸੀ ਕਿ ਗਵਰਨਮੈਂਟ ਇਸ ਸਾਲ ਦਸੰਬਰ ਕ੍ਰਿਸਮਸ ਤੋਂ ਪਹਿਲਾਂ ਕੋਈ ਗਿਫਟ ਦੇਗੀ ਜੋ ਕਿ ਕ੍ਰਿਸਮਸ ਸਰਪ੍ਰਾਈਜ਼ ਹੋਊਗਾ ਬਟ ਉਹ ਥੋੜਾ ਡਿਸਅਪਾਇੰਟਿੰਗ ਹੋਇਆ ਬਹੁਤ ਜ਼ਿਆਦਾ ਐਪਲੀਕੈਂਟਸ ਲਈ ਬਿਕੋਜ਼ ਜੇ ਆਪਾਂ ਇੱਕ ਸਾਈਡ ਤੇ ਵੇਖੀਏ ਕਾਫੀ ਐਪਲੀਕੈਂਟ 65 ਪੁਆਇੰਟਸ ਨੇ ਉਹਨਾਂ ਨੂੰ ਇਨਵਾਈਟ ਆ ਰਿਹਾ 189 ਜਦ ਕਿ ਉਹਦੇ ਬਾਕੀ ਆਕੂਪੇਸ਼ਨਸ ਲੈ ਕੇ ਚੱਲੀਏ ਜਿਹਦੇ ਵਿੱਚ ਟ੍ਰੇਡ ਆਈਟੀ ਦੇ ਵਿੱਚ ਬਹੁਤ ਜ਼ਿਆਦਾ ਭੈਣ ਭਰਾ ਔਰ ਇੰਜੀਨੀਅਰਿੰਗ ਸੈਕਟਰ ਔਰ ਬਾਕੀ ਆਕੂਪੇਸ਼ਨ ਨੇ ਜਿਹਦੇ ਵਿੱਚ ਦੇ ਆਰ ਸਿਟਿੰਗ ਐਟ ਹਾਇਰ ਪੁਆਇੰਟਸ 75-80 ਇਜ਼ ਵੈਰੀ ਨਾਰਮਲ ਉਸ ਤੋਂ ਵੀ ਹਾਇਰ ਪੁਆਇੰਟਸ 90 'ਚ ਵੀ ਬੈਠੇ ਹੋਏ ਆ ਬਟ ਉਹਨਾਂ ਨੂੰ ਕੱਲ 189 ਦੇ ਵਿੱਚ ਇਨਵਾਈਟ ਨਹੀਂ ਆਇਆ ਸੋ ਇੱਥੋਂ ਇੱਕ ਇੰਡੀਕੇਸ਼ਨ ਕਲੀਅਰ ਜ਼ਰੂਰ ਮਿਲ ਰਹੀ ਆ ਕਿ ਗਵਰਨਮੈਂਟ ਦੀ ਜਿਹੜਾ ਏਮ ਆ ਫੋਕਸ ਆ ਉਹ ਕ੍ਰਿਟੀਕਲ ਸੈਕਟਰਸ ਤੇ ਆ ਐਂਡ ਇਹ ਤੁਹਾਡੇ ਲਈ ਤਾਂ ਜ਼ਰੂਰੀ ਆ ਕਿ ਤੁਸੀਂ ਵੀ ਗਵਰਨਮੈਂਟ ਦੇ ਨਾਲ ਆਪਣੀ ਥੋੜੀ ਜਿਹੀ ਅਪਰੋਚ ਨੂੰ ਆਪਾਂ ਚੇਂਜ ਕਰਾਂਗੇ ਤੇ ਉਹ ਜ਼ਿਆਦਾ ਵਧੀਆ ਰਹੇਗਾ ਕਿਉਂਕਿ ਗਵਰਨਮੈਂਟ ਆਪਣੀ ਪਲੈਨਿੰਗ ਕੋਈ ਇਸ ਸਾਲ ਦੀ ਨਹੀਂ ਆ ਦੇ ਆਲਰੇਡੀ ਇੰਡੀਕੇਟਡ ਕਿ ਅਸੀਂ 2 ਸਾਲ 'ਚ ਜਿਹੜੀ ਪਲੈਨਿੰਗ ਆ ਨੈਟ ਓਵਰਸੀਜ਼ ਮਾਈਗ੍ਰੇਸ਼ਨ ਆ ਇਹਨੂੰ ਵੀ ਘਟਾਉਣਾ ਆ ਤੇ ਬਾਕੀ ਅਸੀਂ ਜਿਹੜੇ ਕਿਹੜੇ ਸੈਕਟਰਸ ਨੂੰ ਆਪਾਂ ਟਾਰਗੇਟ ਕਰ ਰਹੇ ਹਾਂ ਸੋ ਜੇ ਆਪਾਂ ਉਸ ਅਕੋਰਡਿੰਗ ਵੇਖੀਏ ਤੇ ਇਸ ਸਾਲ ਦੇ ਵਿੱਚ ਅਜੇ ਨੰਬਰਸ ਨਹੀਂ ਡਿਪਾਰਟਮੈਂਟ ਵੱਲੋਂ ਰਿਲੀਜ਼ ਹੋਏ ਸੋ ਕਿੰਨੇ ਨੰਬਰਸ ਆਏ ਆਫੀਸ਼ੀਅਲੀ ਡਾਟਾ ਆਊਗਾ ਤਾਂ ਕਰਕੇ ਅਸੀਂ ਕੁਐਸਚਨ ਮਾਰਕ ਪਾਇਆ ਹੋਇਆ ਸੋ 491 ਦੇ ਵਿੱਚ ਕੋਈ ਅਜੇ ਫਿਲਹਾਲ ਨੋ ਇਨਫੋਰਮੇਸ਼ਨ ਹੈਜ਼ ਬੀਨ ਰਿਲੀਜ਼ਡ ਕਿ 491 ਫੈਮਿਲੀ ਸਪਾਂਸਰਡ ਦੇ ਵਿੱਚ ਵੀ ਕੋਈ ਇਨਵਾਈਟ ਆਏ ਨਹੀਂ ਸੋ ਇਹ ਬੜੀਆਂ ਜ਼ਰੂਰੀ ਚੀਜ਼ਾਂ ਨੇ ਤੇ
ਤੇ ਜਿਹੜੀ ਅੱਜ ਮੀਟਿੰਗ ਹੋ ਰਹੀ ਆ ਟਿਊਜ਼ਡੇ ਨੂੰ ਅੱਜ 19th of December 2023 ਨੂੰ ਆਪਣੇ ਮਿਨਿਸਟਰ ਦੇ ਨਾਲ ਐਂਡਰੂ ਜਾਇਲਸ ਦੇ ਨਾਲ, ਜਿਹਦੇ ਵਿੱਚ ਸਾਰੇ ਸਟੇਟਸ ਟੈਰੀਟਰੀਜ਼ ਦੇ ਹੈਡ ਨੇ, ਦੇ ਵਿਲ ਡਿਸਕਸ ਅਬਾਊਟ ਜਿਹੜੀ ਫਿਊਚਰ ਦੀ ਮਾਈਗ੍ਰੇਸ਼ਨ ਪਲੈਨਿੰਗ ਹੈ ਕਿ ਉਹਨੂੰ ਕਿਵੇਂ ਘਟਾਇਆ ਜਾਵੇ। ਸੋ ਇਹਦੇ ਪਿੱਛੇ ਜਿਹੜਾ ਸਭ ਤੋਂ ਵੱਡਾ ਰੀਜ਼ਨ ਆ, ਉਹ ਰੀਜ਼ਨ ਕੋਈ ਸਟੂਡੈਂਟਸ ਨਹੀਂ ਆ, ਇਟਸ ਬੇਸਿਕਲੀ ਆਈ ਵੁੱਡ ਸੇ ਐਟ ਦੀ ਐਂਡ ਪੋਲਿਟਿਕਸ ਬਹੁਤ ਜ਼ਿਆਦਾ ਇਨਵੋਲਵਡ ਹੁੰਦੀ ਆ। ਜਦੋਂ ਸਿਚੁਏਸ਼ਨ ਆਊਟ ਆਫ ਕੰਟਰੋਲ ਹੁੰਦੀ ਆ, ਸੋ ਸਮਨ ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਚੀਜ਼ ਦੀ ਰਿਸਪੌਂਸਿਬਿਲਿਟੀ ਲੈਣੀ ਪੈਂਦੀ ਆ, ਕੋਈ ਬਲੇਮ ਕਿਸੇ ਲਈ ਸਕੇਪਗੋਟ ਕਾਈਂਡ ਆਫ। ਸੋ ਦਿਸ ਇਜ਼ ਵੇਅਰ ਆਈ ਥਿੰਕ ਜਿਹੜਾ ਨੈਟ ਓਵਰਸੀਜ਼ ਮਾਈਗ੍ਰੇਸ਼ਨ ਦੇ ਵਿੱਚ ਸਟੂਡੈਂਟਸ ਨੂੰ ਟਾਰਗੇਟ ਕੀਤਾ ਗਿਆ, ਜਦਕਿ ਨੈਟ ਓਵਰਸੀਜ਼ ਮਾਈਗ੍ਰੇਸ਼ਨ ਹਾਈਐਸਟ ਬਹੁਤ ਗਈ ਆ, ਬਟ ਜੇ ਇਹਦੇ ਵਿੱਚ ਵੇਖੋਗੇ ਤੇ ਇਹਦੇ ਵਿੱਚ ਕਦੇ ਸਟੂਡੈਂਟਸ ਨੇ, ਆਸਟ੍ਰੇਲੀਅਨ ਸਿਟੀਜ਼ਨਸ ਨੇ, ਨਿਊਜ਼ੀਲੈਂਡਰਸ ਨੇ, ਦੈਨ ਵਰਕਿੰਗ ਹੌਲੀਡੇ ਮੇਕਰਸ ਨੇ, ਹਿਊਮੈਨਿਟੇਰੀਅਨਸ ਨੇ, ਬਾਕੀ ਟੈਂਪਰੇਰੀ ਸਪਾਂਸਰਡ ਵੀਜ਼ਾਸ ਜਿਹੜੇ ਟੈਂਪਰੇਰੀ ਵੀਜ਼ਾਸ ਨੇ। ਸੋ ਕੱਲੇ ਸਟੂਡੈਂਟਸ ਹੀ ਨਹੀਂ ਨੇ, ਐਂਡ ਇਸੇ ਹੀ ਗਵਰਨਮੈਂਟ ਨੇ, ਕੋਈ ਪੁਰਾਣੀ ਗਵਰਨਮੈਂਟ ਨਹੀਂ ਸੀ ਜਿਨ੍ਹਾਂ ਨੇ ਇਹਨਾਂ ਨੂੰ ਲਿਆਂਦਾ ਆ, ਓਪਨ ਦਾ ਗੇਟਸ, ਇਹਨਾਂ ਨੂੰ ਵੀਜ਼ਾਸ ਗ੍ਰਾਂਟ ਕੀਤੇ ਆ। ਇਹੋ ਹੀ ਗਵਰਨਮੈਂਟ ਨੇ 485 ਦੀਆਂ ਐਕਸਟੈਂਸ਼ਨਸ ਦਿੱਤੀਆਂ। ਸਡਨਲੀ ਦੇ ਹੈਵ ਸੈਡ ਕਿ ਅਸੀਂ ਉਹ ਮਾਈਗ੍ਰੇਸ਼ਨ ਲੈਵਲ ਨੂੰ ਰਿਡਿਊਸ ਕਰਨਾ, ਬਿਕੋਜ਼ ਜੋ ਇਹਨਾਂ ਦਾ ਡਾਟਾ, ਜੋ ਇਹਨਾਂ ਦਾ ਸਟੈਟਿਸਟਿਕਸ ਬੋਲ ਰਿਹਾ, ਉਹਦੇ ਅਕੋਰਡਿੰਗ ਜਿਹੜੇ ਇੱਥੋਂ ਦੇ ਲੋਕਲ ਵਸਨੀਕ ਨੇ, ਦੇ ਪ੍ਰੈਫਰ ਕਿ ਇਹ ਨੰਬਰਸ ਕਰਕੇ ਜਿਹੜੀ ਕਾਸਟ ਆਫ ਲਿਵਿੰਗ ਆ ਉਹ ਹਾਇਰ, ਹਾਊਸਿੰਗ ਪ੍ਰਾਈਸਿਸ ਉਹ ਹਾਇਰ ਆ। ਸੋ ਉਹ ਮਾਈਗ੍ਰੈਂਟਸ ਦਾ ਬਹੁਤ ਵੱਡਾ ਰੋਲ ਆ, ਐਂਡ ਉਹਦੇ ਕਰਕੇ ਇੱਕ ਰਿਐਕਟਿਵ ਐਕਸ਼ਨ ਆ ਜਿਹਦੇ ਵਿੱਚ ਸਟੂਡੈਂਟਸ ਗੋਣਾ ਬੀ ਏਮਡ ਐਟ, ਜਿਹਦੇ ਕਰਕੇ ਇਹਨਾਂ ਨੇ ਪਲਾਨ ਇਹ ਕੀਤਾ ਆ ਕਿ ਇਹ ਨੰਬਰਸ ਨੂੰ 518,000 ਜੋ ਨੈਟ ਓਵਰਸੀਜ਼ ਮਾਈਗ੍ਰੇਸ਼ਨ ਇਸ ਸਾਲ ਦੀ ਆ, ਟੂ ਰਿਡਿਊਸ ਆਲਮੋਸਟ 2.5 ਲੱਖ ਲੈ ਕੇ ਆਉਣੀ ਹੈ ਬਾਈ 2025। ਸੋ ਇੱਕ ਬਹੁਤ ਇੰਪੋਰਟੈਂਟ ਨੰਬਰ ਆ। ਸੋ ਜੇ ਤੁਸੀਂ ਸਟੂਡੈਂਟ ਵੀਜ਼ੇ ਤੇ ਹੋ, ਸੋ ਮੈਂ ਤੁਹਾਨੂੰ ਇਹੋ ਚੀਜ਼ ਅਵੇਅਰ ਕਰੂੰਗਾ ਕਿ ਆਪਣਾ ਸਟੱਡੀਜ਼ ਨੂੰ, ਆਪਣਾ ਐਕੈਡੈਮਿਕ ਰਿਕਾਰਡ ਬਿਲਕੁਲ ਠੀਕ ਰੱਖਿਓ। ਕੋਰਸ ਸਵਿਚਿੰਗ ਜਿਹੜਾ ਹਿਪ ਹੌਪ ਜੋ ਗਵਰਨਮੈਂਟ ਟਰਮ ਯੂਜ਼ ਕਰਦੀ ਉਹ ਨਾ ਕਰਿਓ, ਐਂਡ ਕੋਸ਼ਿਸ਼ ਕਰਿਓ ਇਸ ਐਪਲੀਕੇਸ਼ਨ ਨੂੰ ਪੂਰਾ ਸੀਰੀਅਸਲੀ ਲਿਓ, ਬਿਕਾਜ਼ ਇਨ ਦਾ ਪਾਸਟ ਗਵਰਨਮੈਂਟ ਦੀ ਬੜੀ ਈਜ਼ੀ ਅਪਰੋਚ ਰਹੀ ਆ, ਬਟ ਨਾਟ ਐਨੀ ਮੋਰ। ਦੇ ਵਾਂਟ ਟੂ ਕੱਟ ਡਾਊਨ ਦਾ ਨੰਬਰਸ, ਐਂਡ ਤੁਸੀਂ ਸਾਰੇ ਸਿਆਣੇ ਹੋ ਕਿ ਨੰਬਰਸ ਕਿਵੇਂ ਘਟਾਏ ਜਾਂਦੇ ਆ ਜੇ ਆਲਰੇਡੀ ਇੱਥੇ ਨੇ। ਸੋ ਉਹਨਾਂ ਦੀ ਇੱਕੋ ਹੀ ਅਪਰੋਚ ਆ ਕਿ ਹਾਸ਼ ਹੋਵੋ, ਜੋ ਵੀ ਕੋਈ ਲੱਗਦਾ ਐਪਲੀਕੇਸ਼ਨ ਕਿਹਦੀ ਵੀ ਵੀਕ ਆ ਉਹਨੂੰ ਰਿਫਿਊਜ਼ ਕੀਤਾ ਜਾਵੇ। ਇਸੇ ਕਰਕੇ ਨਵਾਂ ਜਿਹੜਾ ਜਨਰਲ ਸਟੂਡੈਂਟ ਟੈਸਟ ਇੰਟਰੋਡਿਊਸ ਕੀਤਾ ਜਾ ਰਿਹਾ। ਸੋ ਇਹ ਉਹ ਮੈਜਰ ਹੈ। ਸੋ ਜੇ ਤੁਸੀਂ ਪੜ੍ਹ ਰਹੇ ਹੋ, ਸੋ ਆਪਣੀ ਸਟੱਡੀਜ਼, ਆਪਣੇ ਹਰ ਚੀਜ਼ ਨੂੰ ਫੋਕਸ ਕਰਿਓ, ਕਿਉਂਕਿ ਜਿਹੜੀਆਂ ਰਿਫਿਊਜ਼ਲਸ ਵੀ ਆ ਰਹੀਆਂ ਨੇ ਉਹ ਬਹੁਤ ਅਨਐਕਸਪੈਕਟਡ ਨੇ, ਕਿ ਜਿਨ੍ਹਾਂ ਦਾ ਥੋੜੇ ਟਾਈਮ ਦੀ ਪੜ੍ਹਾਈ ਰਹਿ ਗਈ ਆ ਉਹਨਾਂ ਦੇ ਵੀ ਵੀਜ਼ੇ ਰਿਫਿਊਜ਼ ਹੁੰਦੇ ਵੇਖ ਰਹੇ, ਜੋ ਕਿ ਅਜੇ ਤੱਕ ਇਨ ਦਾ ਪਾਸਟ ਵੀ ਨੈਵਰ ਐਕਸਪੀਰੀਅੰਸ, ਬਿਕਾਜ਼ ਇੱਕ ਜਾਂ ਦੋ ਕੇਸ ਨਹੀਂ, ਇਹ ਕਾਫੀ ਫ੍ਰੀਕੁਐਂਟਲੀ ਹੋ ਰਿਹਾ। ਐਂਡ ਮੋਰ ਓਵਰ ਆਪਣੀਆਂ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਠੀਕ ਰੱਖਿਓ। ਸੋ ਇਹ ਕੁਝ ਚੀਜ਼ਾਂ ਨੇ। ਹੁਣ ਡਿਸਕਸ ਕਰਦੇ ਹਾਂ WA ਮਾਈਗ੍ਰੇਸ਼ਨ ਦੇ ਵੱਲੋਂ। ਸੋ ਜੇ ਆਪਾਂ ਦਸੰਬਰ ਤੱਕ ਲੈ ਕੇ ਚੱਲੀਏ ਤੇ WA ਸਟੇਟ ਨੂੰ ਸਾਰੇ ਸਾਲ ਦੇ ਵਿੱਚ 1590 ਪਲੇਸਿਸ ਐਲੋਕੇਟ ਹੋਣੀਆਂ ਨੇ, ਤੇ ਸਰਪਲਸ 491 ਦੇ ਵਿੱਚ 850 ਓਨਲੀ। ਪਰ ਜੋ ਇਹਨਾਂ ਦਾ ਆਫੀਸ਼ੀਅਲ ਡਾਟਾ ਇਹਨਾਂ ਦੀ ਵੈਬਸਾਈਟ ਤੇ ਹੀ ਆਲਰੇਡੀ ਪਿਆ ਹੋਇਆ, ਉਹਦੇ ਵਿੱਚ ਆਲਰੇਡੀ ਇਹਨਾਂ ਨੇ 3100 ਦੇ ਕੋਲ 190 ਦੇ ਵਿੱਚ ਇਨਵਾਈਟ ਕਰ ਚੁੱਕੇ ਆ। ਸੋ ਅਰਾਊਂਡ 1000 ਦੇ ਕੋਲ 491 ਦੇ ਵਿੱਚ ਕਰ ਚੁੱਕੇ ਆ। ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਬਹੁਤ ਜਾਣਿਆਂ ਦੀਆਂ ਲਾਸਟ ਈਅਰ ਦੇ ਕੰਪੈਰੀਟਿਵਲੀ ਦੇ ਵਰ ਹੋਪਿੰਗ ਕਿ ਅਸੀਂ 190 ਦੇ ਵਿੱਚ ਹੀ ਅਪਲਾਈ ਕਰਨਾ। ਪਲੀਜ਼ ਆਪਣਾ ਆਲਟਰਨੇਟਿਵ ਪਲਾਨ, ਤੁਹਾਨੂੰ ਇਹਦੇ ਅਕੋਰਡਿੰਗ ਆਪਣੇ ਆਪ ਨੂੰ ਥੋੜੀ ਜਿਹੀ ਅਪਰੋਚ ਫਲੈਕਸੀਬਲ ਕਰਨੀ ਪਊਗੀ ਰਾਦਰ ਦੈਨ ਬੀਇੰਗ ਫਰਮ। ਉਹਦਾ ਰੀਜ਼ਨ ਆ ਕਿਉਂਕਿ ਇਸ ਚੀਜ਼ ਨਾਲ ਤੁਸੀਂ ਇੰਪੈਕਟ ਹੋ ਸਕਦੇ ਹੋ। ਇਹਦੇ ਵਿੱਚ ਜੇ ਡਬਲ ਪਲੇਸਿਸ ਹੋ ਚੁੱਕੀਆਂ, ਅਨਲੈਸ ਇਹਨਾਂ ਕੋਲ ਕੋਟਾ ਹੋਰ ਨਹੀਂ ਆਉਂਦਾ, ਸੋ ਯੂ ਮੇ ਬੀ ਵੇਟਿੰਗ ਟਿਲ ਦਾ ਨੈਕਸਟ ਫਾਈਨੈਂਸ਼ੀਅਲ ਈਅਰ। ਸੋ ਫਲੈਕਸੀਬਲ ਰਹੋ ਆਪਣੀਆਂ ਆਪਸ਼ਨਸ, ਅਨਲੈਸ ਤੁਸੀਂ ਬਹੁਤ ਜ਼ਿਆਦਾ ਹਾਇਰ ਪੁਆਇੰਟਸ ਤੇ ਨਹੀਂ। ਤੇ ਨਾਲੋਂ ਨਾਲ ਮੈਂ ਕਹੂੰਗਾ ਆਪਣੀਆਂ ਆਲਟਰਨੇਟਿਵ ਆਪਸ਼ਨ ਜ਼ਰੂਰ ਲੈ ਕੇ ਚੱਲੋ। ਉਹ ਕੀ ਆ, ਚਾਹੇ ਤੁਸੀਂ ਇੰਪਲੋਇਰ ਕੋਈ ਵਰਕਿੰਗ ਆਪਸ਼ਨਸ ਵੇਖੋ, ਜੇ ਤੁਹਾਨੂੰ ਕੋਈ ਹੋਰ ਨਾਲ ਸਟੱਡੀ ਕਰਨੀ ਪੈਂਦੀ ਹੈ, ਜਾਂ ਐਕਸਪੀਰੀਅੰਸ ਤੇ ਜ਼ਰੂਰ ਫੋਕਸ ਕਰਿਓ, ਜੋ ਕਿ ਬਹੁਤ ਜ਼ਰੂਰੀ ਆ, ਬਿਕਾਜ਼ ਇਹਨਾਂ ਦਾ ਫੋਕਸ ਹੁਣ ਉਹਨਾਂ ਵੱਲ ਹੋਣਾ ਹੈ ਜਿਹੜੇ ਕੰਮ ਕਰ ਰਹੇ ਇੰਡਸਟਰੀ ਦੇ ਵਿੱਚ। ਐਂਡ ਸਭ ਤੋਂ ਫੋਰਮੋਸਟ ਕਿ ਇਹ ਬੜੀ ਫ੍ਰੀਕੁਐਂਟ ਕੁਐਰੀ ਹੈ ਕਿ ਕੀ ਕਰੀਏ ਅਸੀਂ, ਮੇਰਾ ਦੋਸਤ, ਮੇਰਾ ਕੋਲੀਗ, ਮੇਰਾ ਫਰੈਂਡ ਆ ਕਰ ਰਿਹਾ, ਅਸੀਂ ਵੀ ਉਹ ਕਰ ਲਈਏ। ਨਹੀਂ, ਹਰ ਕਿਸੇ ਦੀ ਸਿਚੁਏਸ਼ਨ ਅਲੱਗ ਆ, ਉਹਦੇ ਵਿੱਚ ਨੰਬਰ ਆਫ ਫੈਕਟਰਸ ਆਰ ਦੇਅਰ ਕਿ ਤੁਹਾਡੇ ਲਈ ਕੀ ਬੈਸਟ ਹੈ। ਬਿਕਾਜ਼ ਲੈਟਸ ਸੇ ਤੁਹਾਡੇ ਕੋਲ 1.5 ਸਾਲ ਦਾ 485 ਪਿਆ ਹੋਇਆ, ਤੇ ਜੇ ਤੁਸੀਂ ਸਾਲ ਦੀ ਕੋਈ ਪੜ੍ਹਾਈ ਕਰ ਲਈ ਤੇ ਤੁਹਾਡੇ ਕੋਲ ਇਨਫ ਟਾਈਮ ਜੌਬ ਰੈਡੀ ਲਈ ਨਹੀਂ ਹੋਊਗਾ। ਸੋ ਇਹੋ ਜਿਹੀਆਂ ਚੀਜ਼ਾਂ ਨੂੰ ਤੁਹਾਨੂੰ ਸਿੱਧਾ ਨਹੀਂ ਕਹਿ, ਮਤਲਬ ਉਸ ਆਪਸ਼ਨ 'ਚ ਤੁਸੀਂ ਜਾ ਸਕਦੇ। ਸੋ ਪਲੀਜ਼ ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖੋ, ਤੇ ਅਸੀਂ ਵੱਧ ਤੋਂ ਵੱਧ ਅਪਡੇਟਸ ਤੁਹਾਨੂੰ ਦਿੰਦੇ ਰਹਾਂਗੇ ਔਨ ਰੈਗੂਲਰ ਬੇਸਿਸ। ਸੋ ਜਸਟ ਫੋਲੋ ਆਵਰ ਪੇਜ। ਥੈਂਕ ਯੂ ਸੋ ਮਚ ਫॉर ਫੋਲੋਇੰਗ।